ਕੁਦਰਤੀ ਸਾਧਨ। ਕੁਦਰਤੀ ਸਾਧਨਾਂ ਬਾਰੇ ਅਸੀਂ ਗੱਲ ਕਰਾਂਗੇ। ਕੁਦਰਤੀ ਸਾਧਨ ਹੁੰਦੇ ਕੀ ਨੇ ਜੀ, ਜਿਹੜੇ ਸਾਨੂੰ ਕੁਦਰਤ ਦੁਆਰਾ ਮਿਲਦੇ ਨੇਗੇ। ਇਹਨਾਂ ਦੀਆਂ ਕਿਸਮਾਂ ਕਿਹੜੀਆਂ ਨੇ? 6 ਪ੍ਰਕਾਰ ਦੇ ਹੁੰਦੇ ਨੇ ਜੀ ਕੁਦਰਤੀ ਸਾਧਨ। ਪਹਿਲਾ ਸਾਧਨ ਜਿਹੜਾ ਉਹ ਭੂਮੀ ਸਾਧਨ, ਲੈਂਡ ਰਿਸੋਰਸਿਸ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ। ਦੂਸਰੀ ਜਿਹੜੀ ਕਿਸਮ ਹੈ ਉਹ ਹੈ ਮਿੱਟੀ ਸਾਧਨ, ਸੋਇਲ ਰਿਸੋਰਸਿਸ, ਅਸੀਂ ਇਸ ਨੂੰ ਕਹਿ ਦਿੰਦੇ ਹਾਂ ਜੀ। ਤੀਸਰਾ ਜਿਹੜਾ ਸਾਡਾ ਸਾਧਨ ਹੈਗਾ ਉਹ ਹੈ ਪਾਣੀ ਸਾਧਨ, ਵਾਟਰ ਰਿਸੋਰਸਿਸ। ਇਹਨਾਂ ਬਾਰੇ ਅਸੀਂ ਵੈਸੇ ਤਾਂ ਕਾਫੀ ਕੁਝ ਜਾਣਦੇ ਹਾਂ, ਪਰ ਡਿਟੇਲ ਦੇ ਵਿੱਚ ਜਾਣਾਂਗੇ। ਚੌਥਾ ਸਾਧਨ ਹੈ ਕੁਦਰਤੀ ਬਨਸਪਤੀ, ਨੈਚੁਰਲ ਵੈਜੀਟੇਸ਼ਨ। ਪੰਜਵਾਂ ਸਾਧਨ ਹੈ ਜੀ ਜੰਗਲੀ ਜੀਵ, ਵਾਈਲਡ ਲਾਈਫ। ਅਤੇ ਛੇਵਾਂ ਸਾਧਨ ਹੈ ਜੀ ਖਣਿਜ ਅਤੇ ਸ਼ਕਤੀ ਸਾਧਨ, ਮਿਨਰਲ ਐਂਡ ਐਨਰਜੀ ਰਿਸੋਰਸਿਸ। ਤਾਂ ਇਸ ਵੀਡੀਓ ਦੇ ਵਿੱਚ ਅਸੀਂ ਪਹਿਲੇ 3 ਟੌਪਿਕਾਂ ਬਾਰੇ ਗੱਲ ਕਰਾਂਗੇ। ਗੱਲ ਕਰਦੇ ਹਾਂ ਸਭ ਤੋਂ ਪਹਿਲੇ ਕਿਸਮ ਭੂਮੀ ਸਾਧਨ ਦੀ। ਤਾਂ ਸਾਡੀ ਜਿਹੜੀ ਸਮੁੱਚੀ ਧਰਤੀ ਹੈ ਉਸ ਨੂੰ ਅਸੀਂ 2 ਭਾਗਾਂ ਦੇ ਵਿੱਚ ਵੰਡਦੇ ਹਾਂ, ਭੂਮੀ ਅਤੇ ਪਾਣੀ ਦੇ ਵਿੱਚ। ਤਾਂ ਜਿਹਦੇ ਵਿੱਚ ਜਿਹੜਾ 29% ਰਕਬਾ ਹੈਗਾ ਉਹ ਭੂਮੀ ਨੇ ਘੇਰਿਆ ਹੋਇਆ ਅਤੇ 71% ਰਕਬਾ ਪਾਣੀ ਨੇ ਘੇਰਿਆ ਹੋਇਆ। ਤਾਂ ਹੁਣ ਅਸੀਂ ਭੂਮੀ ਦੀ ਗੱਲ ਕਰੀਏ ਤਾਂ ਜਿਹੜੀ 29% ਭੂਮੀ ਹੈ ਉਸ ਨੂੰ ਅਸੀਂ 3 ਧਰਾਤਲੀ ਰੂਪਾਂ ਦੇ ਵਿੱਚ ਵੰਡਦੇ ਹਾਂ, ਪਹਾੜ, ਪਠਾਰ ਅਤੇ ਮੈਦਾਨ। ਹੁਣ ਅਸੀਂ ਭਾਰਤ ਦੇ ਥਰੂ ਗੱਲ ਕਰੀਏ, ਭਾਰਤ ਦੇ ਦੇਖੀਏ ਤਾਂ ਭਾਰਤ ਦਾ ਜਿਹੜਾ ਕੁੱਲ ਖੇਤਰਫਲ ਹੈ ਉਹ 32,87,263 ਵਰਗ ਕਿਲੋਮੀਟਰ ਹੈ, ਜਿਹਦੇ ਵਿੱਚ 30% ਪਹਾੜਾਂ ਨੇ ਘੇਰਿਆ ਹੋਇਆ, 27% ਰਕਬਾ ਪਠਾਰਾਂ ਨੇ ਘੇਰਿਆ ਹੋਇਆ ਅਤੇ 43% ਜਿਹੜਾ ਰਕਬਾ ਹੈਗਾ ਉਹ ਸਾਡਾ ਮੈਦਾਨੀ ਭਾਗ ਹੈ, ਜਿਹਦੇ ਵਿੱਚ ਅਸੀਂ ਕਾਫੀ ਸਾਰੀਆਂ ਜਿਹੜੀਆਂ ਆਰਥਿਕ ਗਤੀਵਿਧੀਆਂ ਉਹ ਕਰਦੇ ਹਾਂ। ਅਤੇ ਅਸੀਂ ਗੱਲ ਕਰਦੇ ਹਾਂ ਜੀ ਭੂਮੀ ਸਾਧਨ ਬਾਰੇ ਹੀ, ਕਿ ਭੂਮੀ ਦੀ ਜਿਹੜੀ ਵਰਤੋਂ ਹੈ ਉਹ ਕਿਵੇਂ ਹੁੰਦੀ ਹੈ, ਲੈਂਡ ਯੂਜ਼ ਕਿਵੇਂ ਹੁੰਦਾ ਹੈਗਾ। ਭੂਮੀ ਦੀ ਵਰਤੋਂ ਅਸੀਂ ਕਿਹੜੇ ਕੰਮਾਂ ਦੇ ਵਿੱਚ ਵਰਤਦੇ ਹਾਂ, ਕਿੰਨੇ ਪ੍ਰਤੀਸ਼ਤ ਜਿਹੜੀ ਭੂਮੀ ਆ ਉਹ ਭਾਰਤ ਦੀ ਕਿੱਥੇ ਵਰਤੀ ਜਾ ਰਹੀ ਹੈ। ਤਾਂ ਅਸੀਂ ਇੱਕ ਪਿਕਚਰ ਦੇ ਥਰੂ ਦੇਖਾਂਗੇ। ਤਾਂ ਜਿਹੜੀ ਭੂਮੀ ਦੀ ਵਰਤੋਂ ਹੈ ਇਹਨਾਂ ਕੰਮਾਂ ਦੇ ਵਿੱਚ ਵਰਤੀ ਜਾਂਦੀ ਹੈ, ਜਿਵੇਂ ਕਿ ਜੰਗਲਾਂ ਹੇਠ ਭੂਮੀ, ਜੰਗਲ ਨੇ ਬਹੁਤ ਸਾਰੀ ਭੂਮੀ 'ਤੇ। ਇਸ ਤੋਂ ਇਲਾਵਾ ਬਿਜਾਈ, ਬਹੁਤ ਸਾਰੀ ਜਿਹੜੀ ਭੂਮੀ ਆ ਉਸ 'ਤੇ ਬਿਜਾਈ ਕੀਤੀ ਗਈ ਹੈਗੀ, ਅਲੱਗ-ਅਲੱਗ ਪ੍ਰਕਾਰ ਦੀਆਂ ਫਸਲਾਂ ਲਗਾਈਆਂ ਗਈਆਂ ਨੇ। ਇਸ ਤੋਂ ਇਲਾਵਾ ਕੁਝ ਭੂਮੀ ਇਸ ਤਰ੍ਹਾਂ ਦੀ ਹੈ ਜਿਹ 'ਤੇ ਖੇਤੀ ਨਹੀਂ ਕੀਤੀ ਜਾਂਦੀ, ਖੇਤੀ ਤੋਂ ਇਲਾਵਾ ਹੋਰ ਕੰਮ ਕੀਤੇ ਜਾਂਦੇ ਨੇ। ਕੁਝ ਭੂਮੀ ਇਸ ਤਰ੍ਹਾਂ ਦੀ ਹੈ ਜਿਹੜੀ ਕਿ ਖੇਤੀ ਤੋਂ ਬਿਨਾਂ ਛੱਡੀ ਹੋਈ ਹੈ, ਮੀਨਸ ਜਿਸ 'ਤੇ ਅਸੀਂ ਖੇਤੀ ਨਹੀਂ ਕਰ ਰਹੇ ਉਸ ਨੂੰ ਛੱਡਿਆ ਹੋਇਆ ਹੈਗਾ। ਜਿਹੜਾ ਅਗਲਾ ਪ੍ਰਕਾਰ ਹੈ ਉਹ ਖੇਤੀਯੋਗ ਪਰੰਤੂ ਵਿਅਰਥ ਭੂਮੀ। ਇਸ ਦਾ ਮਤਲਬ ਹੈ ਕਿ ਇਸ ਭੂਮੀ 'ਤੇ ਅਸੀਂ ਖੇਤੀ ਕਰ ਸਕਦੇ ਹਾਂ, ਪਰੰਤੂ ਕਈ ਕਾਰਨਾਂ ਕਰਕੇ ਇਸ ਨੂੰ ਖਾਲੀ ਛੱਡਿਆ ਹੋਇਆ ਹੈ। ਅਤੇ ਉਸ ਤੋਂ ਅਗਲੀ ਕਿਸਮ ਹੈ ਜੀ ਚਾਰਾਗਾਹ ਅਤੇ ਦਰੱਖਤਾਂ ਹੇਠ ਭੂਮੀ। ਤਾਂ ਇਸੇ ਵਰਤੋਂ ਨੂੰ ਹੁਣ ਅਸੀਂ ਇੱਕ ਪਾਈ ਚਾਰਟ ਦੇ ਥਰੂ ਸਮਝਾਂਗੇ ਕਿ ਜਿਹੜਾ ਸਾਡੀ ਭਾਰਤ ਦਾ ਕੁੱਲ ਰਕਬਾ ਹੈ ਉਹ ਕਿੰਨੇ ਪ੍ਰਤੀਸ਼ਤ ਕਿਹੜੀ ਪ੍ਰਕਾਰ ਨਾਲ ਅਸੀਂ ਵਰਤਦੇ ਹੈਗੇ। ਤਾਂ ਇੱਥੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਦੇਖੋ ਇੱਕ ਪਾਈ ਚਾਰਟ ਦੇ ਥਰੂ ਸਮਝਾਇਆ ਗਿਆ ਹੈਗਾ। ਤਾਂ ਸਾਡੀ ਜਿਹੜੀ 46% ਭੂਮੀ ਹੈ ਉਹ ਬਿਜਾਈ ਹੇਠ ਹੈ, ਜਿਸ 'ਤੇ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਫਸਲਾਂ ਨੇ ਉਹ ਪੈਦਾ ਕੀਤੀਆਂ ਜਾਂਦੀਆਂ ਨੇ। ਇਸ ਤੋਂ ਬਾਅਦ ਜਿਹੜਾ 23% ਸਾਡਾ ਹਿੱਸਾ ਹੈਗਾ ਉਹ ਜੰਗਲਾਂ ਹੇਠ ਹੈਗਾ। ਅਸਲ ਦੇ ਵਿੱਚ ਜੇ ਵਿਗਿਆਨਿਕ ਤੌਰ 'ਤੇ ਦੇਖਿਆ ਜਾਵੇ ਤਾਂ ਇਹ 33% ਹੋਣਾ ਚਾਹੀਦਾ, ਜਦੋਂ ਕਿ ਸਾਡੇ ਕੋਲ ਇਹ ਹਿੱਸਾ ਘੱਟ 23% ਹੈ। ਇਸ ਤੋਂ ਇਲਾਵਾ ਕੁਝ 14% ਭੂਮੀ ਇਸ ਤਰ੍ਹਾਂ ਦੀ ਹੈ ਜਿਸ 'ਤੇ ਖੇਤੀ ਨਹੀਂ ਕੀਤੀ ਜਾਂਦੀ, ਹੋਰ ਆਰਥਿਕ ਗਤੀਵਿਧੀਆਂ ਲਈ ਇਹ ਵਰਤੀ ਜਾਂਦੀ ਹੈ। ਅਤੇ ਅੱਗੇ ਅਸੀਂ ਗੱਲ ਕਰਦੇ ਹਾਂ 4% ਭੂਮੀ ਹੈ ਜਿਹੜੀ ਉਹ ਸਾਡੇ ਕੋਲ ਚਾਰਾਗਾਹ ਦੇ ਰੂਪ ਦੇ ਵਿੱਚ ਹੈਗੀ ਹੈ, ਜਿਹੜੀ ਦਰੱਖਤਾਂ ਹੇਠ ਹੈ ਜਾਂ ਜਿਸ 'ਤੇ ਪਸ਼ੂ ਚਰਾਏ ਜਾਂਦੇ ਨੇ। 5% ਭੂਮੀ ਇਸ ਤਰ੍ਹਾਂ ਦੀ ਹੈ ਜਿਸ 'ਤੇ ਅਸੀਂ ਖੇਤੀ ਕਰ ਸਕਦੇ ਹਾਂ, ਪਰੰਤੂ ਕਈ ਕਾਰਨਾਂ ਕਰਕੇ ਉਹਨਾਂ 'ਤੇ ਖੇਤੀ ਨਹੀਂ ਕੀਤੀ ਜਾਂਦੀ, ਉਹ ਵਿਅਰਥ ਛੱਡੀ ਹੋਈ ਹੈ। ਅਤੇ 8% ਇਸ ਤਰ੍ਹਾਂ ਦੀ ਭੂਮੀ ਹੈ ਜਿਹੜੀ ਕਿ ਖੇਤੀ ਤੋਂ ਬਿਨਾਂ ਛੱਡੀ ਹੋਈ ਹੈ। ਤਾਂ ਹੁਣ ਸਾਡੇ ਭਾਰਤ ਦੇ ਵਿੱਚ ਇਹ ਚੀਜ਼ਾਂ ਬਹੁਤ ਸਾਰੀਆਂ ਦੇਖਣ ਨੂੰ ਮਿਲਦੀਆਂ ਨੇਗੀਆਂ। ਬਿਜਾਈ ਵਾਲੀ ਭੂਮੀ ਦੀ ਅਸੀਂ ਗੱਲ ਕਰੀਏ ਤਾਂ ਬਿਜਾਈ ਹੇਠ ਭੂਮੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਲੱਗ-ਅਲੱਗ ਪ੍ਰਕਾਰ ਦੀਆਂ ਫਸਲਾਂ ਨੇ ਇੱਥੇ ਪੈਦਾ ਕੀਤੀਆਂ ਜਾਂਦੀਆਂ ਨੇਗੀਆਂ। ਇਹ ਜਿਹੜੀ ਭੂਮੀ ਹੈ ਇਹ ਜ਼ਿਆਦਾਤਰ ਨਾਰਦਰਨ ਇੰਡੀਆ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਮੈਦਾਨੀ ਇਲਾਕੇ ਹੋਣ ਕਰਕੇ ਇੱਥੇ ਜਿਹੜੀ ਭੂਮੀ ਆ ਉਹ ਬਿਜਾਈ ਹੇਠ ਹੈ, ਕਿਉਂਕਿ ਅਲੱਗ-ਅਲੱਗ ਪ੍ਰਕਾਰ ਦੀਆਂ ਜਿਹੜੀਆਂ ਇੱਥੇ ਫਸਲਾਂ ਨੇ ਉਹ ਪੈਦਾ ਕੀਤੀਆਂ ਜਾਂਦੀਆਂ ਨੇਗੀਆਂ। ਅਤੇ ਅਸੀਂ ਵੈਸਟਰਨ ਇੰਡੀਆ ਦੀ ਗੱਲ ਕਰੀਏ, ਪੂਰਬੀ ਭਾਰਤ ਦੀ, ਅਤੇ ਇੱਥੇ ਬਹੁਤ ਸਾਰਾ ਜਿਹੜਾ ਜੰਗਲੀ ਖੇਤਰ ਹੈਗਾ ਉਹ ਪਾਇਆ ਜਾਂਦਾ ਹੈਗਾ। ਇਸ ਤੋਂ ਇਲਾਵਾ ਗੈਰ ਖੇਤੀਯੋਗ ਭੂਮੀ ਹੈ
ਤੇ ਹਰੇਕ ਸਟੇਟ ਦੇ ਵਿੱਚ ਕੁਝ ਨਾ ਕੁਝ ਪ੍ਰਤੀਸ਼ਤ ਜਿਹੜਾ ਭੂਮੀ ਦਾ ਉਹ ਗੈਰ ਖੇਤੀ ਭੂਮੀ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਪਰਬਤੀ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਾਰਾਗਾਹਾਂ ਨੇ, ਦਰਖਤਾਂ ਹੇਠ ਹੈ ਜਿਹੜੀ ਉਹ ਭੂਮੀ ਪਾਈ ਜਾਂਦੀ ਹੈ। ਤੇ ਹਰੇਕ ਸਟੇਟ ਦੇ ਵਿੱਚ ਇਸ ਤਰ੍ਹਾਂ ਦੀ ਭੂਮੀ ਵੀ ਪਾਈ ਜਾਂਦੀ ਹੈ ਜਿਹੜੀ ਕਿ ਖੇਤੀਯੋਗ ਤਾਂ ਹੈ, ਪਰੰਤੂ ਅਸੀਂ ਉਸ ਦੇ ਉੱਪਰ ਖੇਤੀ ਨਹੀਂ ਕਰਦੇ ਜਾਂ ਫਿਰ ਉਸ ਨੂੰ ਖੇਤੀ ਤੋਂ ਬਿਨਾਂ ਵੈਸੇ ਹੀ ਅਸੀਂ ਛੱਡਿਆ ਹੋਏਗਾ। ਤਾਂ ਇਹ ਪਾਈ ਚਾਰਟ ਦੇ ਥਰੂ ਸਾਨੂੰ ਪੂਰੀ ਜਿਹੜੀ ਪਿਕਚਰ ਹੈ ਉਹ ਕਲੀਅਰ ਹੋ ਜਾਂਦੀ ਹੈਗੀ ਕਿ ਭੂਮੀ ਦੀ ਵਰਤੋਂ ਕਿਵੇਂ ਕਿਵੇਂ ਸਾਡੇ ਦੇਸ਼ ਦੇ ਵਿੱਚ ਹੁੰਦੀ ਹੈ। ਤਾਂ ਹੁਣ ਇੱਕ ਮੈਪ ਹੈ ਜੀ, ਮੈਪ ਦੇ ਥਰੂ ਇੰਡੀਆ ਦੇ ਜਿਹੜੇ ਖੇਤਰ ਨੇ ਉਹ ਦਿਖਾਏ ਗਏ ਨੇ ਕਿ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਭੂਮੀ ਨੂੰ ਅਸੀਂ ਕਿਵੇਂ ਵਰਤਦੇ ਹਾਂ। ਤਾਂ ਸਭ ਤੋਂ ਪਹਿਲਾਂ ਯੈਲੋ ਕਲਰ ਵਾਲਾ ਜਿਹੜਾ ਪਾਰਟ ਹੈਗਾ, ਇਹ ਸਾਰਾ ਖੇਤੀਯੋਗ ਭੂਮੀ ਨੂੰ ਦਿਖਾਉਂਦਾ ਹੈਗਾ ਕਿ ਭਾਰਤ ਦੇ ਕਿਹੜੇ-ਕਿਹੜੇ ਸਟੇਟਾਂ ਦੇ ਵਿੱਚ ਕਿੰਨੀ ਜਿਹੜੀ ਖੇਤੀਯੋਗ ਭੂਮੀ ਹੈ ਉਹ ਹੈਗੀ। ਜਿਵੇਂ ਪੰਜਾਬ ਦੀ ਅਸੀਂ ਗੱਲ ਕਰੀਏ, ਹਰਿਆਣਾ, ਯੂਪੀ, ਇਹਨਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜੀ ਭੂਮੀ ਆ ਉਹ ਖੇਤੀਯੋਗ ਹੈਗੀ। ਤੇ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਜੰਗਲਾਂ ਹੇਠ ਭੂਮੀ ਦੀ ਅਸੀਂ ਗੱਲ ਕਰਦੇ ਹਾਂ ਤਾਂ ਜਿਹੜਾ ਗ੍ਰੀਨ ਪੈਟਰਨ ਹੈ ਇਹ ਸਾਰਾ ਜੰਗਲਾਂ ਹੇਠ ਭੂਮੀ ਨੂੰ ਦਿਖਾਉਂਦਾ ਹੈਗਾ, ਜਿਹੜਾ ਅਸੀਂ ਦੇਖ ਸਕਦੇ ਹਾਂਗੇ ਕਿ ਥੋੜ੍ਹਾ ਜਿਹਾ ਸਾਡਾ ਸੈਂਟਰਲ ਇੰਡੀਆ, ਉਸ ਤੋਂ ਇਲਾਵਾ ਸਾਡਾ ਜਿਹੜਾ ਹੈਗਾ ਗਾ ਈਸਟਰਨ ਇੰਡੀਆ ਅਤੇ ਸਾਡੇ ਜਿਹੜੇ ਹਿਮਾਚਲ ਪ੍ਰਦੇਸ਼, ਜੰਮੂ ਦਾ ਕੁਛ ਭਾਗ, ਉੱਤਰਾਖੰਡ, ਇਹ ਇਲਾਕੇ ਨੇ। ਇਸ ਤੋਂ ਇਲਾਵਾ ਸਾਡੇ ਪੱਛਮੀ ਘਾਟ ਨੇ, ਇਹਨਾਂ ਖੇਤਰਾਂ ਦੇ ਵਿੱਚ ਕਾਫੀ ਸਾਰੇ ਜਿਹੜੇ ਜੰਗਲ ਨੇ ਉਹ ਪਾਏ ਜਾਂਦੇ ਨੇਗੇ। ਅਤੇ ਇਸ ਤੋਂ ਇਲਾਵਾ ਜਿਹੜੀ ਕਿ ਗੁਲਾਬੀ ਰੰਗ ਦਾ ਜਿਹੜਾ ਖੇਤਰ ਹੈਗਾ ਉਹ ਖੇਤੀਯੋਗ ਵਿਅਰਥ ਭੂਮੀ ਹੈ, ਪਰ ਉਹ ਖੇਤੀਯੋਗ ਤਾਂ ਹੈਗੀ ਹੈ ਪਰੰਤੂ ਉਸ 'ਤੇ ਅਸੀਂ ਖੇਤੀ ਨਹੀਂ ਕਰਦੇ, ਉਹ ਇਸੇ ਤਰ੍ਹਾਂ ਵਿਅਰਥ ਅਸੀਂ ਛੱਡੀ ਹੋਈ ਹੈ, ਜਿਹਦੇ ਵਿੱਚ ਉੱਪਰਲਾ ਜਿਹੜਾ ਹਿੱਸਾ ਹੈਗਾ ਸਾਰਾ ਕਸ਼ਮੀਰ ਦਾ, ਲਦਾਖ ਦਾ, ਇੱਧਰੋਂ ਜਿਹੜਾ ਸਾਡਾ ਰਾਜਸਥਾਨ ਦਾ, ਪਾਕਿਸਤਾਨ ਦੇ ਨਾਲ ਲੱਗਦਾ ਕੁਝ ਭਾਗ ਹੈ, ਅਤੇ ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦਾ ਜਿਹੜਾ ਉੱਪਰਲਾ ਹਿੱਸਾ ਇਹ ਵੀ ਇਸੇ ਕਿਸਮ ਦੀ ਜਿਹੜੀ ਭੂਮੀ ਆ ਉਹਦੇ ਵਿੱਚ ਆ ਜਾਂਦਾ। ਅਤੇ ਜਿਹੜਾ ਅਗਲਾ ਪਾਰਟ ਹੈ ਜੀ ਔਰੇਂਜ ਕਲਰ ਦੇ ਵਿੱਚ ਉਹ ਹੈਗਾ ਜੀ, ਵਿੱਚ ਸਾਨੂੰ ਡਾਟ ਦਿਖਾਈ ਦਿੰਦੇ ਨੇ, ਇਹ ਗੈਰ ਖੇਤੀ ਭੂਮੀ ਹੈ ਜਿੱਥੇ ਅਸੀਂ ਹੋਰ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਣਾਈਆਂ ਹੋਈਆਂ ਨੇ। ਇਸ ਭੂਮੀ ਨੂੰ ਅਸੀਂ ਖੇਤੀ ਦੇ ਲਈ ਨਹੀਂ ਵਰਤਦੇ। ਤਾਂ ਅਸੀਂ ਦੇਖਾਂਗੇ ਕਿ ਜ਼ਿਆਦਾਤਰ ਜਿਹੜਾ ਸਾਡਾ ਹਿੱਸਾ ਹੈ 46% ਉਹ ਖੇਤੀਯੋਗ ਭੂਮੀ ਦਾ। ਉਸ ਤੋਂ ਬਾਅਦ ਦੂਸਰਾ ਜੀ ਸਾਡਾ ਕੋਲ ਮਿੱਟੀ ਸਾਧਨ, ਜਿਸ ਦੀ ਅਸੀਂ ਇੱਕ ਵੀਡੀਓ ਪਹਿਲਾਂ ਵੀ ਬਣਾ ਚੁੱਕੇ ਹਾਂ ਡਿਟੇਲ ਦੇ ਵਿੱਚ। ਤਾਂ ਇਹਦੇ ਵਿੱਚ ਥੋੜ੍ਹੀ ਜਿਹੀ ਗੱਲ ਕਰਾਂਗੇ ਮਿੱਟੀ ਬਾਰੇ। ਮਿੱਟੀ ਕੀ ਹੈ ਜੀ? ਸਾਡੇ ਧਰਾਤਲ ਦੀ ਜਿਹੜੀ ਉੱਪਰਲੀ ਪਰਤ ਹੈ ਉਸ ਨੂੰ ਮਿੱਟੀ ਕਿਹਾ ਜਾਂਦਾ ਹੈ, ਜਿਹੜੀ ਕਿ ਮੂਲ ਚਟਾਨਾਂ ਦੇ ਟੁੱਟਣ ਭੱਜਣ ਤੋਂ ਬਣਦੀ ਹੈ। ਇਹ ਮਿੱਟੀ ਬਣਨ ਦੇ ਵਿੱਚ ਜਲਵਾਯੂ, ਜੀਵ ਜੰਤੂ ਅਤੇ ਪੇੜ ਪੌਦੇ ਬਹੁਤ ਸਹਾਇਤਾ ਕਰਦੇ ਨੇ, ਕਿਉਂਕਿ ਉਹਨਾਂ ਦੇ ਗਲਣ ਸੜਨ ਕਾਰਨ ਹੀ ਜਿਹੜੀ ਮਿੱਟੀ ਦਾ ਨਿਰਮਾਣ ਹੁੰਦਾ ਹੈਗਾ। ਜਲਵਾਯੂ ਇਸ ਨੂੰ ਬਹੁਤ ਇਫੈਕਟ ਕਰਦੀ ਹੈ ਅਤੇ ਪੌਦਿਆਂ ਦੇ ਉੱਗਣ ਅਤੇ ਵਧਣ ਵਾਸਤੇ ਵੀ ਮਿੱਟੀ ਇੱਕ ਮਹੱਤਵਪੂਰਨ ਸਾਧਨ ਹੈ। ਹੁਣ ਅਸੀਂ ਮਿੱਟੀ ਦੀਆਂ ਕਿਸਮਾਂ ਦੀ ਗੱਲ ਕਰਾਂਗੇ, ਜਿੰਨੀ ਕਿ ਅਸੀਂ ਪਿਛਲੀ ਵੀਡੀਓਜ਼ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਸਮਝ ਚੁੱਕੇ ਹਾਂ, ਪਰ ਫਿਰ ਵੀ ਅਸੀਂ ਥੋੜ੍ਹੀ ਬਹੁਤ ਇੱਥੇ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਥੀਆਂ ਨੇ ਪਹਿਲੀਆਂ ਵੀਡੀਓਜ਼ ਨਹੀਂ ਦੇਖੀਆਂ। ਤਾਂ ਜਿਹੜੀ ਸਾਡੀ ਮਿੱਟੀ ਹੈਗੀ ਉਸ ਨੂੰ ਅਸੀਂ 6 ਭਾਗਾਂ ਦੇ ਵਿੱਚ ਵੰਡਦੇ ਹਾਂ। ਸਭ ਤੋਂ ਪਹਿਲੀ ਹੈਗੀ ਹੈ ਜੀ ਕਿਸਮ ਜਲੋੜੀ ਮਿੱਟੀ ਦੀ, ਉਸ ਤੋਂ ਬਾਅਦ ਕਾਲੀ ਮਿੱਟੀ, ਲਾਲ ਮਿੱਟੀ, ਲੈਟਰਾਈਟ ਮਿੱਟੀ, ਜੰਗਲੀ ਅਤੇ ਪਰਬਤੀ ਮਿੱਟੀ ਅਤੇ ਮਾਰੂਥਲੀ ਮਿੱਟੀ। ਇਹ 6 ਕਿਸਮਾਂ ਨੇ ਸਾਡੀ ਮਿੱਟੀ ਦੀਆਂ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਜਲੋੜੀ ਮਿੱਟੀ ਬਾਰੇ, ਜਿਹੜੀ ਕਿ ਸਾਡੇ ਦੇਸ਼ ਦੀ ਸਭ ਤੋਂ ਇੰਪੋਰਟੈਂਟ ਮਿੱਟੀ ਹੈ, ਕਿਉਂਕਿ ਇਹ ਫਸਲਾਂ ਵਾਸਤੇ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਇਹ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਹੈਗੀ, ਨਦੀ ਨਿਰਮਿਤ ਮੈਦਾਨਾਂ ਦੇ ਵਿੱਚ ਪਾਈ ਜਾਂਦੀ ਹੈ। ਅਤੇ ਸਾਡੇ ਦੇਸ਼ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ 45% ਹਿੱਸੇ ਦੇ ਉੱਪਰ ਜਿਹੜੀ ਮਿੱਟੀ ਪਾਈ ਜਾਂਦੀ ਹੈ ਉਹ ਜਲੋੜ ਮਿੱਟੀ ਹੈਗੀ। ਇਸ ਨੂੰ ਅਸੀਂ ਅੱਗੇ 2 ਭਾਗਾਂ ਦੇ ਵਿੱਚ ਵੰਡਦੇ ਹਾਂ ਜੀ, ਖਾਦਰ ਅਤੇ ਬਾਂਗਰ। ਖਾਦਰ ਉਸ ਨਵੀਂ ਜੰਮੀ ਹੋਈ ਮਿੱਟੀ ਨੂੰ ਕਿਹਾ ਜਾਂਦਾ ਹੈ ਅਤੇ ਬਾਂਗਰ ਪੁਰਾਣੀ ਜੰਮੀ ਹੋਈ ਮਿੱਟੀ ਨੂੰ ਕਿਹਾ ਜਾਂਦਾ ਹੈ। ਜਦੋਂ ਨਦੀਆਂ ਲਗਾਤਾਰ ਨਵੀਂ ਮਿੱਟੀ ਵਿਛਾਉਂਦੀਆਂ ਰਹਿੰਦੀਆਂ ਨੇ, ਉੱਥੇ ਨਵੀਂ ਪਰਤ ਬਣਾਉਂਦੀਆਂ ਰਹਿੰਦੀਆਂ ਨੇ ਮਿੱਟੀ ਦੀ, ਤਾਂ ਉਸ ਨੂੰ ਖਾਦਰ ਕਹਿ ਦਿੰਦੇ ਹਾਂ ਅਤੇ ਪੁਰਾਣੀ ਨੂੰ ਬਾਂਗਰ। ਤਾਂ ਦੂਸਰੀ ਮਿੱਟੀ ਹੈ ਜਿਹੜੀ ਦੂਸਰੀ ਕਿਸਮ ਹੈ ਉਹ ਹੈ ਜੀ ਕਾਲੀ ਮਿੱਟੀ, ਜਿਸ ਦੇ ਨਾਮ ਤੋਂ ਹੀ ਇਹ ਪਤਾ ਲੱਗਦਾ ਹੈਗਾ ਕਿ ਇਸ ਇੱਕ ਬਲੈਕ ਕਲਰ ਦੀ ਹੁੰਦੀ ਹੈ। ਇਸ ਨੂੰ ਰੈਗਰ ਸੋਇਲ ਵੀ ਕਿਹਾ ਜਾਂਦਾ ਜਾਂ ਫਿਰ ਇਸ ਨੂੰ ਕਪਾਹੀ ਮਿੱਟੀ ਵੀ ਅਸੀਂ ਕਹਿ ਦਿੰਦੇ ਹੈਗੇ। ਜਿਹੜੀ ਕਾਲੀ ਮਿੱਟੀ ਹੈ ਜੀ ਇਸ ਨੂੰ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਗੁਣ ਨੇਗੇ। ਇੱਕ ਤਾਂ ਪਹਿਲਾਂ ਅਸੀਂ ਦੱਸ ਦਈਏ ਕਿ ਇਹ ਅਗਨੀ ਚਟਾਨਾਂ ਤੋਂ ਬਣੀ ਹੈਗੀ, ਜਿਹੜੇ ਕਿ ਜਵਾਲਾਮੁਖੀ ਫਟਣ ਦੇ ਨਾਲ ਜਿਹੜਾ ਲਾਵਾ ਨਿਕਲਦਾ ਉਹਨਾਂ ਦੇ ਠੰਡਾ ਹੋਣ ਤੋਂ ਅਗਨੀ ਚਟਾਨਾਂ ਬਣਦੀਆਂ ਨੇ, ਅਤੇ ਉਹਨਾਂ ਤੋਂ ਟੁੱਟਣ ਭੱਜਣ 'ਤੇ ਇਹ ਜਿਹੜੀ ਹੈ ਮਿੱਟੀ ਦਾ ਨਿਰਮਾਣ ਹੁੰਦਾ, ਉਸ ਨੂੰ ਕਾਲੀ ਮਿੱਟੀ ਕਿਹਾ ਜਾਂਦਾ। ਭਾਰਤ ਦੇ 16
6% ਹਿੱਸੇ ਉੱਤੇ ਕਾਲੀ ਮਿੱਟੀ ਪਾਈ ਜਾਂਦੀ ਹੈ। ਅਤੇ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਨਮੀ ਨੂੰ ਆਪਣੇ ਵਿੱਚ ਕਾਫੀ ਸਮੇਂ ਲਈ ਸਾਂਭ ਕੇ ਰੱਖ ਸਕਦੀ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਲਾਲ ਮਿੱਟੀ ਦੀ। ਲਾਲ ਮਿੱਟੀ ਹੈ ਜਿਹੜੀ, ਇਸ ਦੇ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੇਟ ਅਤੇ ਨਾਈਟ੍ਰੋਜਨ, ਇਹ ਚੀਜ਼ਾਂ ਦੀ ਜਿਹੜੀ ਬਹੁਤਾਤ ਹੈ ਉਹ ਪਾਈ ਜਾਂਦੀ ਹੈਗੀ। ਭਾਰਤ ਦਾ ਜਿਹੜਾ ਕੁੱਲ ਹਿੱਸਾ ਹੈ ਉਸ ਦੇ 10.6% ਹਿੱਸੇ ਉੱਤੇ ਲਾਲ ਮਿੱਟੀ ਪਾਈ ਜਾਂਦੀ ਹੈ। ਇਹ ਮਿੱਟੀ ਜ਼ਿਆਦਾ ਉਪਜਾਊ ਨਹੀਂ ਹੁੰਦੀ, ਪਰ ਫਿਰ ਵੀ ਖਾਦਾਂ ਦੀ ਵਰਤੋਂ ਕਰਕੇ ਇਸ ਤੋਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ। ਅਗਲੀ ਜਿਹੜੀ ਕਿਸਮ ਹੈ ਜੀ ਉਹ ਹੈ ਲੈਟਰਾਈਟ ਮਿੱਟੀ। ਲੈਟਰਾਈਟ ਮਿੱਟੀ ਅਤੇ ਲਾਲ ਮਿੱਟੀ ਦੇ ਵਿੱਚ ਜ਼ਿਆਦਾ ਕੋਈ ਫਰਕ ਨਹੀਂ ਹੈ। ਇਸ ਦੇ ਵਿੱਚ ਲੋਹ ਤੱਤ ਐਲੂਮੀਨੀਅਮ, ਟਾਈਟੇਨੀਅਮ ਅਤੇ ਮੈਗਨੀਜ਼ ਅਤੇ ਆਕਸਾਈਡ ਤੋਂ ਇਹ ਬਣੀ ਹੋਈ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਜਿਹੜੇ ਉਪਜਾਊ ਤੱਤ ਨੇ ਉਹਨਾਂ ਦੀ ਬਹੁਤ ਘਾਟ ਹੁੰਦੀ ਹੈ, ਜਿਸ ਕਾਰਨ ਇਹ ਮਿੱਟੀ ਹੈ ਜਿਹੜੀ ਉਹ ਖੇਤੀਯੋਗ ਨਹੀਂ ਹੁੰਦੀ। ਇਹ ਜਿਹੜੀ ਮਿੱਟੀ ਹੈ ਉਹਨਾਂ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ ਜਿੱਥੇ ਤਾਪਮਾਨ ਬਹੁਤ ਜ਼ਿਆਦਾ ਉੱਚਾ ਹੁੰਦਾ ਅਤੇ ਵਰਖਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਤਾਪਮਾਨ ਉੱਚਾ ਹੋਣ ਕਰਕੇ ਅਤੇ ਵਰਖਾ ਜ਼ਿਆਦਾ ਹੋਣ ਕਰਕੇ ਇਸ ਦੇ ਜਿਹੜੇ ਉਪਜਾਊ ਤੱਤ ਹੁੰਦੇ ਨੇ ਉਹ ਪਾਣੀ ਦੇ ਨਾਲ ਵਹਿ ਕੇ ਨੀਚੇ ਚਲੇ ਜਾਂਦੇ ਨੇ, ਜਿਸ ਕਾਰਨ ਇਹ ਅਣਉਪਜਾਊ ਹੋ ਜਾਂਦੀ ਹੈ। ਅਤੇ ਇਸ ਮਿੱਟੀ ਦੇ ਵਿੱਚ ਜਿਹੜੀਆਂ ਚਾਹ, ਕੌਫੀ, ਨਾਰੀਅਲ ਅਤੇ ਰਬੜ ਵਰਗੀਆਂ ਫਸਲਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ। ਅਤੇ ਦੇਸ਼ ਦੀ ਕੁੱਲ ਭੂਮੀ ਦੇ 7.5 ਰਕਬੇ 'ਤੇ ਜਿਹੜੀ ਮਿੱਟੀ ਆ ਉਹ ਪਾਈ ਜਾਂਦੀ ਹੈ। ਅਗਲੀ ਮਿੱਟੀ ਹੈ ਜੀ ਜੰਗਲੀ ਅਤੇ ਪਰਬਤੀ ਮਿੱਟੀ। ਜੰਗਲਾਂ ਅਤੇ ਪਰਬਤੀ ਢਲਾਣਾਂ ਉੱਪਰ ਜਿਹੜੀ ਮਿੱਟੀ ਪਾਈ ਜਾਂਦੀ ਹੈ ਉਸ ਨੂੰ ਅਸੀਂ ਪਰਬਤੀ ਜਾਂ ਜੰਗਲੀ ਮਿੱਟੀ ਕਹਿ ਦਿੰਦੇ ਹਾਂ। ਜਿਹੜੀ ਇਹ ਮਿੱਟੀ ਹੈ ਇਸ ਦੇ ਵਿੱਚ ਜੈਵਿਕ ਮਾਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਹੈਗਾ, ਕਿਉਂਕਿ ਪੌਦਿਆਂ ਦਾ ਜਿਹੜਾ ਭਾਗ ਨੇ ਉਹ ਗਲ ਸੜ ਕੇ ਇਸ ਦੇ ਵਿੱਚ ਮਿਲ ਜਾਂਦੇ ਨੇ। ਇਸ ਦੇ ਵਿੱਚ ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਬਹੁਤ ਜ਼ਿਆਦਾ ਕਮੀ ਪਾਈ ਜਾਂਦੀ ਹੈ ਜਿਹੜੀ ਜੰਗਲੀ ਅਤੇ ਪਰਬਤੀ ਮਿੱਟੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਮਾਰੂਥਲ ਮਿੱਟੀ ਦੀ, ਜਿਹੜੀ ਰੇਗਿਸਤਾਨਾਂ ਦੇ ਵਿੱਚ ਸਾਡੇ ਗੁਜਰਾਤ ਦਾ ਕੁਝ ਹਿੱਸਾ ਅਤੇ ਰਾਜਸਥਾਨ ਦੇ ਬਹੁਤ ਸਾਰੇ ਹਿੱਸੇ 'ਤੇ ਪਾਈ ਜਾਂਦੀ ਹੈ। ਭਾਰਤ ਦੇ ਕੁੱਲ ਭੂਮੀ ਦੇ 3% ਹਿੱਸੇ 'ਤੇ ਜਿਹੜੀ ਮਿੱਟੀ ਪਾਈ ਜਾਂਦੀ ਹੈ ਉਹ ਮਾਰੂਥਲੀ ਮਿੱਟੀ ਹੈ ਜੀ। ਉਸ ਤੋਂ ਬਾਅਦ 4.3 ਉਸ ਤੋਂ ਬਾਅਦ ਇਸ ਮਿੱਟੀ ਦੇ ਵਿੱਚ ਪਾਣੀ ਸਮਾਈ ਰੱਖਣ ਦੀ ਜਿਹੜੀ ਸਮਰੱਥਾ ਉਹ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਇਸ ਦੇ ਵਿੱਚ ਜ਼ਿਆਦਾ ਵਧੀਆ ਫਸਲਾਂ ਨਹੀਂ ਪੈਦਾ ਕੀਤੀਆਂ ਜਾ ਸਕਦੀਆਂ। ਇਸ ਦੇ ਵਿੱਚੋਂ ਜੌਂ, ਬਾਜਰਾ, ਮੱਕੀ ਅਤੇ ਦਾਲਾਂ ਆਦਿ ਖੇਤੀ ਕੀਤੀ ਜਾਂਦੀ ਹੈ, ਜਿਨ੍ਹਾਂ ਫਸਲਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜੀ ਮਿੱਟੀਆਂ ਦੇ ਖੇਤਰ ਬਾਰੇ ਕਿ ਕਿਹੜੀ ਮਿੱਟੀ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਪਾਈ ਜਾਂਦੀ ਹੈਗੀ। ਇਹ ਅਸੀਂ ਇੱਕ ਮੈਪ ਦੇ ਥਰੂ ਸਮਝਾਂਗੇ। ਜੇ ਦੇਖਿਆ ਜਾਵੇ ਤਾਂ ਇੱਥੇ ਇੱਕ ਮੈਪ ਦਿੱਤਾ ਗਿਆ ਜੀ, ਮੈਪ ਦੇ ਥਰੂ ਅਲੱਗ-ਅਲੱਗ ਕਲਰ ਦੇ ਨਾਲ ਇਹ ਦਿਖਾਇਆ ਹੈਗਾ ਕਿ ਕਿਹੜੀ ਮਿੱਟੀ ਕਿੱਥੇ ਪਾਈ ਜਾਂਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਦੇਖੀਏ ਜਲੌੜ ਮਿੱਟੀ ਹੈ ਜਿਹੜੀ ਉਹ ਗ੍ਰੀਨ ਵਾਲਾ ਪੋਰਸ਼ਨ ਹੈ, ਉਹ ਸਾਡੇ ਗੰਗਾ ਜਮਨਾ ਦੇ ਮੈਦਾਨ ਨੇ ਜਿਹੜੇ ਉਹਨਾਂ ਦੇ ਵਿੱਚ, ਅਤੇ ਇਸ ਤੋਂ ਇਲਾਵਾ ਪੱਛਮੀ ਘਾਟ ਅਤੇ ਪੂਰਬੀ ਘਾਟ ਦਾ ਥੋੜ੍ਹਾ ਜਿਹਾ ਹਿੱਸਾ, ਉਸ ਤੋਂ ਬਾਅਦ ਪੱਛਮੀ ਬੰਗਾਲ ਅਤੇ ਅਸਾਮ ਦੇ ਜਿਹੜੇ ਮੈਦਾਨ ਨੇ ਇਹਨਾਂ ਖੇਤਰਾਂ ਦੇ ਵਿੱਚ ਇਹ ਮਿੱਟੀ ਪਾਈ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਕਾਲੀ ਮਿੱਟੀ ਹੈ ਗਰੇਜ ਪੈਟਰਨ ਦੇ ਵਿੱਚ ਦਿਖਾਈ ਹੋਈ ਹੈ, ਇਹ ਜ਼ਿਆਦਾਤਰ ਗੁਜਰਾਤ ਦਾ ਕੁਝ ਕਾਫੀ ਸਾਰਾ ਭਾਗ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦਾ ਕੁਝ ਭਾਗ, ਇਹਨਾਂ ਖੇਤਰਾਂ ਦੇ ਵਿੱਚ ਇਹ ਪਾਈ ਜਾਂਦੀ ਹੈ। ਤੀਜੇ ਨੰਬਰ 'ਤੇ ਹੈ ਜੀ ਲਾਲ ਮਿੱਟੀ। ਲਾਲ ਮਿੱਟੀ ਹੈ ਜਿਹੜਾ ਸਾਡਾ ਪੂਰਬੀ ਭਾਰਤ ਹੈਗਾ, ਪੂਰਬੀ ਘਾਟ ਦੇ ਪਿੱਛੇ ਵਾਲੇ ਜਿਹੜੇ ਖੇਤਰ ਨੇਗੇ, ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੀ ਤਾਮਿਲਨਾਡੂ, ਕਰਨਾਟਕਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ, ਇਹਨਾਂ ਖੇਤਰਾਂ ਦੇ ਵਿੱਚ ਇਹ ਮਿੱਟੀ ਪਾਈ ਜਾਂਦੀ ਹੈ। ਤੋ ਇਹਨਾਂ ਖੇਤਰਾਂ ਦੇ ਉੱਪਰ ਹੀ ਜਿਹੜੇ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਲੈਟਰਾਈਟ ਮਿੱਟੀ ਦੀ ਬਹੁਤਾਤ ਪਾਈ ਜਾਂਦੀ ਹੈ, ਜਿਹਦੇ ਵਿੱਚ ਝਾਰਖੰਡ ਹੋ ਗਿਆ ਜੀ, ਛੱਤੀਸਗੜ੍ਹ ਹੋ ਗਿਆ, ਇਸ ਤੋਂ ਇਲਾਵਾ ਬਿਹਾਰ ਦਾ ਕੁਝ ਹਿੱਸਾ ਹੋ ਗਿਆ, ਯੂਪੀ ਦਾ ਕੁਝ ਹਿੱਸਾ ਹੋ ਗਿਆ, ਅਤੇ ਰਾਜਸਥਾਨ ਦੇ ਨੀਚੇ ਲੱਗਦਾ ਜਿਹੜਾ ਮੱਧ ਪ੍ਰਦੇਸ਼ ਦਾ ਕੁਝ ਹਿੱਸਾ ਹੋ ਗਿਆ। ਅਤੇ ਉਸ ਤੋਂ ਬਾਅਦ ਮਾਰੂਥਲੀ ਮਿੱਟੀ ਹੈ ਜਿਹੜੀ, ਇਹ ਰਾਜਸਥਾਨ ਦੇ ਬਹੁਤੇ ਹਿੱਸੇ ਵਿੱਚ ਇਹ ਮਿੱਟੀ ਪਾਈ ਜਾਂਦੀ ਹੈ। ਅਤੇ ਜੰਗਲੀ ਅਤੇ ਪਰਬਤੀ ਮਿੱਟੀ ਉੱਪਰੀ ਜਿਹੜੇ ਸਾਡੇ ਭਾਗ ਹੈ ਉੱਤਰੀ ਭਾਰਤ ਅਤੇ ਇਸ ਤੋਂ ਬਾਅਦ ਪੂਰਬੀ ਭਾਰਤ ਹੈ ਜਿਹੜਾ, ਇਹਨਾਂ ਖੇਤਰਾਂ ਦੇ ਵਿੱਚ, ਪਹਾੜੀ ਖੇਤਰਾਂ ਦੇ ਵਿੱਚ ਇਹ ਮਿੱਟੀ ਹੈ ਜਿਹੜੀ ਉਹ ਪਾਈ ਜਾਂਦੀ ਹੈ। ਇਸ ਨੂੰ ਅਲੱਗ-ਅਲੱਗ ਕਲਰ ਦੇ ਨਾਲ ਇਸ ਮੈਪ ਦੇ ਵਿੱਚ ਦਿਖਾਇਆ ਗਿਆ ਹੈਗਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਮਿੱਟੀ ਨਾਲ ਸੰਬੰਧਿਤ ਸਮੱਸਿਆਵਾਂ ਦੀ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਮਿੱਟੀ ਹੈ ਉਸ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਅਸੀਂ ਇੱਕ-ਇੱਕ ਕਰਕੇ ਪੜ੍ਹਦੇ ਹੈਗੇ। ਮਿੱਟੀ ਨਾਲ ਜਿਹੜੀਆਂ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਉਹ ਸਭ ਤੋਂ ਪਹਿਲੀ ਸਮੱਸਿਆ ਹੈ ਕਿ ਮਿੱਟੀ ਹੈ ਜਿਹੜੀ ਉਹ ਖੁਰ ਜਾਂਦੀ ਹੈਗੀ, ਮਿੱਟੀ ਦਾ ਜਿਹੜਾ ਇਰੋਜ਼ਨ ਹੋ ਜਾਂਦਾ। ਇਹਦੇ ਵੀ ਬਹੁਤ ਸਾਰੇ ਕਾਰਨ ਨੇ,
ਪਾਣੀ ਨਾਲ, ਹਵਾ ਨਾਲ। ਉਸ ਤੋਂ ਇਲਾਵਾ ਜਦੋਂ ਖੁਰ ਜਾਂਦੀ ਹੈ ਤਾਂ ਉਸ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਬਹੁਤ ਘੱਟ ਹੋ ਜਾਂਦੀ ਹੈਗੀ। ਇਹ ਵੀ ਸਾਡੇ ਦੇਸ਼ ਦੇ ਕਿਸਾਨਾਂ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੈਗੀ। ਇਸ ਤੋਂ ਇਲਾਵਾ ਬਹੁਤ ਸਾਰੇ ਖੇਤਰ ਇਸ ਤਰ੍ਹਾਂ ਦੇ ਨੇ ਜਿੱਥੇ ਮਿੱਟੀ ਹੈ ਉਹ ਸੇਮ ਫੜ ਜਾਂਦੀ ਹੈ, ਸੇਮ ਦੀ ਸਮੱਸਿਆ ਉੱਥੇ ਆ ਜਾਂਦੀ ਹੈਗੀ, ਕਿਉਂਕਿ ਪਾਣੀ ਨਾਲ ਲੱਗਦੇ ਜਿਹੜੇ ਖੇਤਰ ਨੇਗੇ। ਅਤੇ ਇਸ ਤੋਂ ਇਲਾਵਾ ਕਈ ਖੇਤਰਾਂ ਦੇ ਵਿੱਚ ਮਿੱਟੀ ਦੇ ਵਿੱਚ ਤੇਜ਼ਾਬੀ ਜਾਂ ਖਾਰਾਪਣ ਆ ਜਾਂਦਾ, ਜਿਹੜਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਅਤੇ ਮਿੱਟੀ ਦੀ ਸਮਰੱਥਾ ਤੋਂ ਵੱਧ ਵਰਤੋਂ ਇਹ ਵੀ ਸਾਡੇ ਦੇਸ਼ ਦੇ ਵਿੱਚ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਅਸੀਂ ਉਸ ਦੀ ਸਮਰੱਥਾ ਤੋਂ ਉਸ ਤੋਂ ਜ਼ਿਆਦਾ ਉਸ ਦੀ ਵਰਤੋਂ ਕਰ ਲੈਂਦੇ ਹਾਂ। ਅਤੇ 6ਵੀਂ ਜਿਹੜੀ ਸਮੱਸਿਆ ਹੈ ਉਹ ਮਿੱਟੀ ਦੀ ਹੈਗੀ ਕਿ ਮਿੱਟੀ ਕਈ ਇਲਾਕਿਆਂ ਦੇ ਵਿੱਚ ਮਿੱਟੀ ਦੇ ਉੱਪਰ ਕਾਫੀ ਸਮੇਂ ਤੱਕ ਜਿਹੜਾ ਪਾਣੀ ਆ ਉਹ ਖੜਾ ਰਹਿੰਦਾ, ਜਿਹਦੇ ਨਾਲ ਜਿਹੜੀ ਮਿੱਟੀ ਆ ਉਹ ਦਲਦਲੀ ਕਿਸਮ ਦੀ ਹੋ ਜਾਂਦੀ ਹੈ ਅਤੇ ਆਪਣਾ ਸਾਰਾ ਜਿਹੜਾ ਉਪਜਾਊਪਣ ਹੈ ਉਹ ਗਵਾ ਲੈਂਦੀ ਹੈ। ਤਾਂ ਹੁਣ ਅਸੀਂ ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹਾਂ? ਮਿੱਟੀ ਦੀ ਸਾਂਭ ਸੰਭਾਲ ਦੇ ਬਹੁਤ ਸਾਰੇ ਤਰੀਕੇ ਨੇਗੇ, ਅਸੀਂ ਆਮ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈਗਾ ਕਿ ਜਿਹੜੀਆਂ ਢਲਾਣਾਂ ਨੇ ਜਾਂ ਇਹ ਜੰਗਲਾਂ ਦੇ ਢਲਾਣਾਂ ਹੋ ਗਈਆਂ, ਪਰਬਤਾਂ ਦੀਆਂ ਢਲਾਣਾਂ ਹੋ ਗਈਆਂ ਜਾਂ ਹੋਰ ਵੀ, ਉਹਨਾਂ ਉੱਤੇ ਰੁੱਖ ਲਗਾਉਣੇ ਚਾਹੀਦੇ ਨੇ, ਕਿਉਂਕਿ ਉਹ ਮਿੱਟੀ ਨੂੰ ਪਕੜ ਕੇ ਰੱਖਦੇ ਨੇਗੇ, ਇਹਨਾਂ ਦੀਆਂ ਜੜ੍ਹਾਂ। ਅਤੇ ਉਸ ਤੋਂ ਬਾਅਦ ਜਿਹੜਾ ਵਾਧੂ ਪਾਣੀ ਆ ਸਾਡੇ ਕੋਲ ਉਸ ਦਾ ਨਿਕਾਸ ਕਰਨਾ ਚਾਹੀਦਾ ਹੈਗਾ ਚੰਗੀ ਤਰ੍ਹਾਂ, ਤਾਂ ਕਿ ਉਹ ਜ਼ਮੀਨ ਦੇ ਉੱਪਰ ਖੜ੍ਹਾ ਨਾ ਰਹੇ। ਜਦੋਂ ਹੜ੍ਹ ਆਉਂਦੇ ਨੇ ਤਾਂ ਹੜ੍ਹਾਂ ਨੂੰ ਨਦੀਆਂ 'ਤੇ ਹੀ ਬੰਨ੍ਹ ਲਾ ਕੇ ਰੋਕਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਇਸ ਤਰ੍ਹਾਂ ਨਾਲ ਕਰਨ ਨਾਲ ਉਹ ਮਿੱਟੀ ਨੂੰ ਆਪਣੇ ਨਾਲ ਵਹਾ ਕੇ ਨਹੀਂ ਲੈ ਜਾਣਗੇ। ਅਤੇ ਜਿਹੜੀ ਖੇਤੀ ਹੈ ਉਹ ਵਿਗਿਆਨਕ ਤਰੀਕੇ ਨਾਲ ਕਰਨੀ ਚਾਹੀਦੀ ਹੈਗੀ, ਫਸਲੀ ਚੱਕਰ ਸਾਨੂੰ ਅਪਣਾਉਣਾ ਚਾਹੀਦਾ ਹੈਗਾ। ਅਤੇ ਇਸ ਤੋਂ ਇਲਾਵਾ ਖੇਤੀ ਦੇ ਵਿੱਚ ਕੀਟਨਾਸ਼ਕਾਂ ਦੀ ਜਿਹੜੀ ਵਰਤੋਂ ਹੈ ਉਹ ਬਹੁਤ ਘੱਟ ਕਰ ਦੇਣੀ ਚਾਹੀਦੀ ਹੈ, ਤਾਂ ਕਿ ਅਸੀਂ ਮਿੱਟੀ ਦਾ ਜਿਹੜਾ ਉਪਜਾਊਪਣ ਹੈ ਉਹ ਵਧਾ ਸਕੀਏ। ਇਹ ਕੁਝ ਸਾਡੀ ਮਿੱਟੀ ਦੀ ਸਾਂਭ ਸੰਭਾਲ ਦੇ ਤਰੀਕੇ ਨੇ ਜਿਨ੍ਹਾਂ ਨੂੰ ਅਸੀਂ ਅਪਣਾ ਸਕਦੇ ਹਾਂ। ਹੁਣ ਜਿਹੜਾ ਸਾਡਾ ਨੈਕਸਟ ਸਾਧਨ ਹੈਗਾ ਉਹ ਹੈ ਜੀ ਪਾਣੀ ਸਾਧਨ, ਵਾਟਰ ਸੋਰਸ। ਧਰਤੀ ਉੱਪਰ ਅਸੀਂ ਪਾਣੀ ਦੀ ਵੰਡ ਕਰੀਏ ਤਾਂ ਪਾਣੀ ਕਈ ਭਾਗਾਂ ਦੇ ਵਿੱਚ ਸਾਨੂੰ ਕਈ ਕੈਟਾਗਰੀਆਂ ਦੇ ਵਿੱਚ ਧਰਤੀ ਉੱਪਰ ਮਿਲਦਾ ਹੈਗਾ, ਜਿਹਦੇ ਵਿੱਚ ਸਮੁੰਦਰ, ਸਾਗਰ ਅਤੇ ਨਮਕੀਨ ਪਾਣੀ ਵਾਲੀਆਂ ਝੀਲਾਂ ਆ ਜਾਂਦੀਆਂ ਨੇ, ਬਰਫੀਲੀਆਂ ਚੋਟੀਆਂ ਅਤੇ ਗਲੇਸ਼ੀਅਰ ਆ ਜਾਂਦੇ ਨੇ, ਝੀਲਾਂ, ਦਰਿਆ, ਨਾਲੇ ਆ ਜਾਂਦੇ ਨੇ। ਵਾਯੂਮੰਡਲ ਅਤੇ ਜੀਵ ਮੰਡਲ ਵਿੱਚ ਵੀ ਬਹੁਤ ਸਾਰਾ ਜਿਹੜਾ ਪਾਣੀ ਉਹ ਮੌਜੂਦ ਹੈਗਾ। ਉਸ ਤੋਂ ਇਲਾਵਾ ਧਰਤੀ ਹੇਠਾਂ ਵੀ ਕਾਫੀ ਸਾਰਾ ਪਾਣੀ ਪਾਇਆ ਜਾਂਦਾ, ਜਿਸ ਨੂੰ ਅਸੀਂ ਜ਼ਮੀਨੀ ਪਾਣੀ ਕਹਿ ਦਿੰਦੇ ਹਾਂ। ਸਮੁੰਦਰਾਂ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਉਸ ਦੀ ਜਿਹੜੀ ਕੁਆਂਟਿਟੀ ਆ ਉਹ 97.20% ਹੈ ਜੀ। ਇਸ ਤੋਂ ਇਲਾਵਾ ਬਰਫੀਲੀ ਚੋਟੀਆਂ 'ਤੇ ਪਾਇਆ ਜਾਣ ਵਾਲਾ ਪਾਣੀ ਹੈ ਜਿਹੜਾ ਉਹ 2.15% ਹੈ। ਅਤੇ ਇਸ ਤੋਂ ਇਲਾਵਾ ਝੀਲਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ, ਨਾਲਿਆਂ ਦੇ ਵਿੱਚ ਜਿਹੜਾ ਪਾਣੀ ਮਿਲਦਾ ਹੈਗਾ ਉਹ 0.0085% ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਵਾਯੂਮੰਡਲ ਅਤੇ ਜੀਵ ਮੰਡਲ ਵਿੱਚ ਪਾਣੀ ਹੈ ਉਹ 0.0015% ਹੈ ਜੀ। ਅਤੇ ਇਸ ਤੋਂ ਬਾਅਦ ਜਿਹੜਾ ਧਰਤੀ ਹੇਠਲਾ ਜਾਂ ਜ਼ਮੀਨੀ ਪਾਣੀ ਹੈ 0.64% ਹੈ। ਤਾਂ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਜਿਹੜਾ ਸਾਡੇ ਕੋਲ ਪਾਣੀ ਹੈ ਉਹ ਸਮੁੰਦਰਾਂ ਦੇ ਵਿੱਚ ਮਿਲਦਾ ਹੈਗਾ, ਜਿਹੜਾ ਕਿ ਨਮਕੀਨ ਹੈਗਾ, ਖਾਰਾ ਹੈਗਾ, ਪੀਣਯੋਗ ਨਹੀਂ ਹੈ। ਅਤੇ ਬਰਫੀਲੀ ਚੋਟੀਆਂ ਦਾ ਪਾਣੀ ਵੀ ਜਿਹੜਾ ਉਹ ਸਾਡੀ ਵਰਤੋਂ ਦੇ ਵਿੱਚ ਨਹੀਂ ਆਉਂਦਾ। ਸਾਡੇ ਕੋਲ ਜਿਹੜਾ ਵਰਤਣਯੋਗ ਪਾਣੀ ਆ ਉਹ ਬਹੁਤ ਘੱਟ ਹੈਗਾ, ਜਿਸ ਨੂੰ ਕਿ ਸਾਨੂੰ ਬੜੇ ਹੀ ਧਿਆਨ ਨਾਲ ਵਰਤਣਾ ਚਾਹੀਦਾ, ਤਾਂ ਕਿ ਇਹ ਪਾਣੀ ਹੈ ਜਿਹੜਾ ਜਲਦੀ ਤੋਂ ਜਲਦੀ ਖਤਮ ਨਾ ਹੋਵੇ। ਇਸ ਲਈ ਪੀਣ ਵਾਲੇ ਪਾਣੀ ਨੂੰ ਬਚਾਉਣਾ ਚਾਹੀਦਾ ਹੈ। ਤਾਂ ਹੁਣ ਸਾਡੇ ਕੋਲ ਪਾਣੀ ਦੇ ਜਿਹੜੇ ਪ੍ਰਮੁੱਖ ਸੋਮੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਅਸੀਂ, ਕਿਹੜੇ ਨੇ। ਸਭ ਤੋਂ ਜਿਹੜੇ ਵਧੀਆ ਸੋਮਾ ਹੈਗਾ ਸਾਡੇ ਕੋਲ ਪਾਣੀ ਦਾ ਉਹ ਵਰਖਾ ਦੇ ਰੂਪ ਦੇ ਵਿੱਚ ਸਾਨੂੰ ਕਾਫੀ ਪਾਣੀ ਮਿਲਦਾ ਹੈਗਾ। ਸਾਡਾ ਦੇਸ਼ ਇੱਕ ਮੌਨਸੂਨੀ ਦੇਸ਼ ਹੈਗਾ। ਇਸ ਤੋਂ ਇਲਾਵਾ ਦਰਿਆ ਅਤੇ ਨਦੀਆਂ ਦੇ ਵਿੱਚ ਵੀ ਸਾਨੂੰ ਕਾਫੀ ਜਿਹੜਾ ਪਾਣੀ ਹੈ ਉਹ ਕਾਫੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈਗਾ। ਅਤੇ ਸਾਡਾ ਦੇਸ਼ ਜਿਹੜਾ ਨਹਿਰਾਂ ਦਾ ਦੇਸ਼ ਵੀ ਹੈ, ਅਤੇ ਇਸ ਕਰਕੇ ਨਹਿਰਾਂ ਦੇ ਵਿੱਚ ਵੀ ਸਾਡੇ ਦੇਸ਼ ਦੇ ਵਿੱਚ ਕਾਫੀ ਸਾਰਾ ਪਾਣੀ ਪਾਇਆ ਜਾਂਦਾ। ਦੱਖਣੀ ਭਾਰਤ ਦੀ ਅਸੀਂ ਗੱਲ ਕਰੀਏ ਤਾਂ ਇੱਥੇ ਤਲਾਬਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਪਾਣੀ ਆ ਉਹ ਪਾਇਆ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਸਾਡੇ ਕੋਲ ਧਰਤੀ ਹੇਠਾਂ ਵੀ ਬਹੁਤ ਸਾਰਾ ਜਿਹੜਾ